जी का खालसा वाहिगुरु जी की फतेह। आप ਸਰਬਤ ਸੰਗਤ आप जी दर्शन कर रहे हो दुमाले दी ट्रेनिंग। आप जी जिस तर੍ਹਾਂ ਦਰਸ਼ਨ ਕਰ ਰਹੇ ਹੋ ਕਿ ਬੂੰਗੇ ਨੂੰ ਕੇਸਾਂ ਦੇ ਰਾਹੀਂ ਆਪਾਂ ਬਣਾਉਂਦੇ ਹਾਂ। ਕੇਸਾਂ ਦੇ ਉੱਤੇ ਦਸਤਾਰ ਨੂੰ ਲਪੇਟ ਕੇ ਜੂੜੇ ਦੇ ਰੂਪ ਵਿੱਚ ਉਸ ਨੂੰ ਲਪੇਟਣਾ ਹੈ। ਇਹ ਦਸਤਾਰ ਤਕਰੀਬਨ 3 ਮੀਟਰ ਦੀ ਆਪ ਜੀ ਲੈ ਸਕਦੇ ਹੋ। ਇਸ ਦਸਤਾਰ ਦੇ ਨਾਲ ਆਪਾਂ ਕੇਸਾਂ ਨੂੰ ਲਪੇਟ ਕੇ ਬਾਕੀ ਦਾ ਕੱਪੜਾ ਉਸੇ ਜੂੜੇ ਦੇ ਆਸੇ-ਪਾਸੇ ਲਪੇਟ ਕੇ ਜੂੜੇ ਦੇ ਆਕਾਰ ਨੂੰ ਵੱਡਾ ਕਰਨਾ ਹੈ। ਵੱਡਾ ਕਰਨ ਉਪਰੰਤ ਬਾਕੀ ਦੇ ਜਿੰਨਾ ਵੀ ਕੱਪੜਾ ਬਚਦਾ ਹੈ ਉਸ ਨੂੰ ਦਸਤਾਰ ਦੀ ਤਰ੍ਹਾਂ ਕੇਸਾਂ ਦੇ ਏੜ-ਗੇੜ ਲਪੇਟਣਾ ਹੈ। ਬੂੰਗਾ ਆਪ ਜੀ ਦਾ ਪੂਰਾ ਟਾਈਟ ਹੋਣਾ ਚਾਹੀਦਾ ਹੈ ਤਾਂ ਕਿ ਦਸਤਾਰ ਸਜਾਉਣ ਲੱਗੇ ਥੱਲਿਓਂ ਕੇਸ ਅਤੇ ਬੂੰਗਾ ਨਾ ਹਿੱਲਣ, ਤਾਂ ਕਿ ਦਸਤਾਰ ਆਪ ਜੀ ਦੀ ਲੰਬੇ ਸਿਰ ਤੱਕ ਟਾਈਟ ਰਹੇ। ਬੂੰਗੇ ਦੌਰਾਨ ਸਫਾਈ ਦਾ ਧਿਆਨ ਇਤਨਾ ਨਹੀਂ ਦੇਣਾ, ਪਰ ਸ਼ੇਪ ਅੱਛੀ ਹੋਣੀ ਚਾਹੀਦੀ ਹੈ। ਥੋੜਾ ਜਿਹਾ ਹੱਥ ਨਾਲ ਦਬਾ ਕੇ ਵੀ ਉਸ ਨੂੰ ਸ਼ੇਪ ਬਣਾ ਸਕਦੇ ਹੋ। ਇਹ ਜੋ ਦੇਖ ਰਹੇ ਹੋ ਆਪ ਜੀ ਦੇ ਸਨਮੁਖ ਬੂੰਗਾ ਸਾਹਿਬ ਬਣ ਕੇ ਤਿਆਰ ਹੈ। ਹੁਣ ਅਗਲੀ ਦਸਤਾਰ ਸਜਾਉਣ ਲੱਗੇ ਬਾਜ ਨਾਲ ਪਹਿਲੇ ਕੇਸ ਅੰਦਰ ਕਰ ਲੈਣੇ ਤਾਂ ਕਿ ਬੂੰਗਾ ਹੋਰ ਟਾਈਟ ਹੋ ਸਕੇ। ਸਾਡੇ ਕੇਸ ਦਸਤਾਰ ਨੂੰ ਟਾਈਟ ਰੱਖਣ ਦੇ ਵਿੱਚ ਬਹੁਤ ਹੀ ਅਹਿਮ ਰੋਲ ਪਲੇ ਕਰਦੇ ਹਨ। काली दस्तार आप जी दर्शन कर रहे हो ये तकरीबन 7 मीटर दी है। एक वीडियो खास करके मेरिया भैणां बीबियां वास्ते तां कि वो भी दस्तार सजा के सोहना रूप सजा सकन। यह जो आप जी दर्शन कर रहे हो ये बहुत ही यूनीक स्टाइल है। ਅਕਸਰ ਇਹ ਸਟਾਈਲ ਦੇਖਣ ਨੂੰ ਨਹੀਂ ਮਿਲਦਾ, ਪਰ ਇਹ ਸਟਾਈਲ ਦੇ ਨਾਲ ਦਸਤਾਰ ਬਹੁਤ ਹੀ ਟਾਈਟ ਰਹਿੰਦੀ ਹੈ ਅਤੇ ਉੱਪਰਲੇ ਓਵਰਲੈਪਸ ਈਜ਼ੀਲੀ ਤੁਸੀਂ ਲੈ ਸਕਦੇ ਹੋ। ਜਿਵੇਂ ਕਿ ਆਪ ਦੇਖ ਰਹੇ ਹੋ ਇਹ ਦਸਤਾਰ ਵੀ ਸ਼ੇਪ ਦੇ ਵਿੱਚ ਬਣਨੀ ਤਿਆਰ ਕੀਤੀ ਹੈ। ਸਟਾਰਟਿੰਗ ਦੇ ਜਿੰਨੇ ਵੀ 3-4 ਲੜ ਆਉਂਦੇ ਹਨ ਕੋਸ਼ਿਸ਼ ਕਰਨੀ ਹੈ ਕਿ ਸਾਰੇ ਹੀ ਵੀ ਕੱਟ ਆਣ ਔਰ ਸਾਰੀ ਹੀ ਸਫਾਈ ਦੇ ਵਿੱਚ ਆਣ ਤਾਂ ਕਿ ਦਰਸ਼ਨ ਕਰਨ ਲੱਗੇ ਸਾਫ਼ ਸੁਥਰੀ ਦਸਤਾਰ ਦਿਖੇ। ਦਸਤਾਰ ਨੂੰ ਬਹੁਤ ਜ਼ਿਆਦਾ ਵੀ ਟਾਈਟ ਨਹੀਂ ਕਰਨਾ ਹੈ, ਆਪਣੇ ਸਿਰ ਦੀ ਅਵਸਥਾ ਦੇਖ ਲੈਣੀ। ਜਿਵੇਂ ਕਿ ਆਪ ਜੀ ਦੇਖ ਰਹੇ ਹੋ ਪਹਿਲੇ ਵੀ ਕੱਟ ਤੋਂ ਬਾਅਦ ਲੜ ਨੂੰ ਪਿੱਛੋਂ ਦੀ ਲਿਆ ਕੇ ਅੱਗੇ ਨੂੰ ਫਿਰ ਥੱਲੇ ਹੀ ਉਸੇ ਵੀ ਕੱਟ ਦੇ ਨਾਲ ਕੰਨ ਦੇ ਉੱਤੋਂ ਦੀ ਲਿਜਾਂਦੇ ਹੋਏ ਪਿੱਛੋਂ ਦੀ ਲੈ ਕੇ ਦੂਸਰਾ ਵੀ ਕੱਟ ਸਾਈਡ ਤੋਂ ਥੱਲਿਓਂ ਉੱਪਰ ਦੀ ਤਰਫ ਲਿਜਾ ਕੇ ਦੂਸਰਾ ਵੀ ਕੱਟ ਸੰਪੂਰਨ ਕਰਨਾ ਹੈ। ਇਸ ਵੀ ਕੱਟ ਲੈਣ ਲੱਗੇ ਦਸਤਾਰ ਦਾ ਥਲੜਾ ਪੱਲਾ ਫੋਲਡ ਕਰ ਲੈਣਾ ਹੈ ਤਾਂ ਕਿ
ਲੜ ਪੂਰਾ ਟਾਈਟ ਆ ਸਕੇ ਔਰ ਸਫਾਈ ਦੇ ਵਿੱਚ ਆ ਸਕੇ। ਜੇ ਆਪ ਜੀ ਦਸਤਾਰ ਨੂੰ ਉੱਪਰਲੇ ਪਾਸੇ ਨਹੀਂ ਲਿਜਾਣਾ ਚਾਹੁੰਦੇ ਤੇ ਹਲਕਾ ਜਿਹਾ ਪਿੰਚ ਦੇ ਕੇ ਦਸਤਾਰ ਨੂੰ ਥੱਲੇ ਨੂੰ ਮੋੜਿਆ ਜਾ ਸਕਦਾ ਹੈ। ਕੱਪੜੇ ਦੀ ਲੈਂਥ ਨੂੰ ਵਿਚਾਰਦੇ ਹੋਏ ਇਹ ਆਪ ਜੀ ਨੇ ਡਿਸਾਈਡ ਕਰਨਾ ਹੈ ਕਿ ਵੀ ਕੱਟ ਆਪ ਜੀ ਨੂੰ 1 2 3 ਜਾਂ 4 ਆਪਣੇ ਕੱਪੜੇ ਦੀ ਲੈਂਥ ਦੇ ਮੁਤਾਬਿਕ ਆਪ ਜੀ ਸਜਾ ਸਕਦੇ ਹੋ। ਜੇ ਕੱਪੜਾ ਘੱਟ ਹੈ ਤੇ 2 ਵੀ ਕੱਟ ਲਗਾ ਕੇ ਬਾਕੀ ਦੇ ਸਾਰੇ ਲੜ ਗੋਲ ਸ਼ੇਪ ਦੇ ਵਿੱਚ ਵੀ ਕੱਟ ਤੋਂ ਉੱਪਰੋਂ ਦੀ ਲੈਣੇ ਹਨ। ਕੋਸ਼ਿਸ਼ ਕਰਨੀ ਹੈ ਕਿ ਵੀ ਕੱਟ ਅਤੇ ਉਸ ਦੇ ਉੱਪਰ ਵਾਲੇ ਗੋਲ ਲੜ ਸਟਾਰਟਿੰਗ 'ਚ ਸਫਾਈ ਦੇ ਨਾਲ ਰੱਖਣੇ ਹਨ। ਹੱਥ ਦੇ ਨਾਲ ਦਬਾ ਕੇ ਉਸ ਨੂੰ ਸ਼ੇਪ ਦਿੰਦੇ ਰਹਿਣਾ ਹੈ ਤਾਂ ਕਿ ਲੜ ਆਪਣੀ ਜਗ੍ਹਾ ਤੇ ਹੀ ਟਿਕ ਜਾਵੇ। ਇੱਕ ਜ਼ਰੂਰੀ ਬੇਨਤੀ ਆਪ ਸਰਬਤ ਸੰਗਤ ਦੇ ਚਰਨਾਂ ਵਿੱਚ, ਦਸਤਾਰ ਨੂੰ ਕਦੀ ਵੀ ਬਹੁਤ ਜ਼ਿਆਦਾ ਗਿੱਲਾ ਕਰਕੇ ਨਹੀਂ ਬੰਨਣਾ ਹੈ। ਇਹ ਆਪ ਜੀ ਨੂੰ ਸਿਰ ਦਰਦ ਦਾ ਰੀਜ਼ਨ ਬਣ ਜਾਵੇਗਾ। ਅਕਸਰ ਵੇਖਿਆ ਜਾਂਦਾ ਹੈ ਬੱਚੇ ਪੱਗਾਂ ਨੂੰ ਦਸਤਾਰਾਂ ਨੂੰ ਗਿੱਲੀਆਂ ਕਰਕੇ ਬੰਨ੍ਹਦੇ ਹਨ, ਜੋ ਕਿ ਠੀਕ ਨਹੀਂ ਹੈ। ਹਰ ਇੱਕ ਗੋਲ ਲੜ ਨੂੰ ਇੱਕ ਤੋਂ ਉੱਪਰ ਉਸ ਤੋਂ ਉੱਪਰ ਰੱਖਦੇ ਹੋਏ ਦਸਤਾਰ ਨੂੰ ਸਫਾਈ ਦੇ ਨਾਲ ਬੰਨ੍ਹਣਾ ਹੈ। ਦਸਤਾਰ ਸਜਾਉਣ ਲੱਗੇ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਿੱਛੋਂ ਦੀ ਲੜਾਂ ਨੂੰ ਦਬਾ ਕੇ ਗੱਠ ਦੀ ਤਰ੍ਹਾਂ ਮੋਟਾ ਨਹੀਂ ਕਰਨਾ ਹੈ। ਦਸਤਾਰ ਦਾ ਆਖਰੀ ਲੜ ਪਿੱਛੇ ਲਗਾਉਣ ਲੱਗੇ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਦਸਤਾਰ ਦਾ ਕੋਣੇ ਵਾਲਾ ਪੱਲਾ ਹੀ ਲਗਾਇਆ ਜਾਵੇ। ਬਾਕੀ ਦੀ ਦਸਤਾਰ ਨੂੰ ਹੱਥ ਦੇ ਨਾਲ ਦਬਾ ਕੇ ਪਿੱਛੋਂ ਦੀ ਲੜ ਨੂੰ ਪ੍ਰੋਪਰ ਅੰਦਰ ਦੀ ਤਰ੍ਹਾਂ ਟੁੰਗ ਲੈਣਾ ਹੈ। ਬਾਜ ਦੀ ਮਦਦ ਦੇ ਨਾਲ ਆਪ ਜੀ ਆਪਣੇ ਲੜਾਂ ਦੇ ਨਾਲ ਸਫਾਈ ਦੇ ਸਕਦੇ ਹੋ।
ਲੜਾਂ ਦੇ ਵਿੱਚ ਸਫਾਈ ਲਿਆਉਣ ਲੱਗੇ ਖਾਸ ਧਿਆਨ ਰੱਖਣਾ ਹੈ ਕਿ ਬਾਜ ਤਿੱਖਾ ਨਾ ਹੋਵੇ, ਨਹੀਂ ਤੇ ਦਸਤਾਰ ਫਟਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪਿੱਛੋਂ ਦੀ ਵੀ ਲੜ ਨੂੰ ਟੁੰਗਣ ਲੱਗੇ ਬਹੁਤ ਹੀ ਸਾਵਧਾਨੀ ਨਾਲ ਦਸਤਾਰ ਨੂੰ ਬਾਜ ਦੇ ਨਾਲ ਸਾਫ਼ ਕਰਨਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਸਜੇ ਜੋ ਦੁਮਾਲਾ ਛੁਟੈ ਖੂਬ ਫਰਰਾ, ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ। गुरु जी ने फतेह सिंह जी को बुलाया, चले गो तोर जैसा पंथ ऐसा मुख से अलाया। हम अकाली सबके वाली हमरा पंथ न्यारा है, दीन मजहब का जुद जू कीना, खंडा फड़िया दो तारा है। छई मई मार सब दूर कीनी, सलोतर फड़िया करारा है। गगन मंडल में गूंगा हमारा, महाकाल रखवारा है। सिर पर मुकुट मुकुट पर चक्कर, आया अजब हुलारा है। नानक गुरु गोबिंद सिंह जी, तुद आगे शीस हमारा है। लटपट फर्रे सज रहे, गुर शब्दन की पई चंकार। प्रगटे गुरु गोबिंद सिंह जी, जिन सब कुल लिया उदार।